ਹਾਂਜੀ, ਕੀ ਨਾਮ ਹੈ ਜੀ? ਸੁਖਜੀਤ ਸਿੰਘ। ਸੁਖਜੀਤ ਜੀ, ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਗਾਈਡਨੈਂਸ ਦੇ ਨਾਲ ਖੇਤੀਬਾੜੀ ਕਰ ਰਹੇ ਹੋ, ਜੀ ਜੀ। ਕੀ ਫਾਇਦਾ ਹੈ ਔਰ ਕਿੱਦਾਂ ਦਾ ਫਾਇਦਾ ਤੁਹਾਨੂੰ ਮਿਲਦਾ ਹੈ? ਅਸਲ ਦੇ ਵਿੱਚ ਸਾਡੀ ਪ੍ਰੋਬਲਮ ਇੱਥੇ ਆ ਕਿ ਅਸੀਂ ਹਰ ਕੰਮ ਕਰਨ ਤੋਂ ਪਹਿਲਾਂ ਸਿੱਖਦੇ ਨਹੀਂ। ਜੇ ਤੁਸੀਂ ਕੋਈ ਵੀ ਟੈਕਨੀਕ ਅਪਣਾਉਂਦੇ ਹੋ ਉਹਦੀ ਪੂਰੀ ਟ੍ਰੇਨਿੰਗ ਲੈ ਕੇ ਜਾਂ ਸਿੱਖ ਕੇ ਕਰੇਂਗੇ ਤਾਂ ਕਦੇ ਕਾਮਯਾਬ ਕਦੇ ਫੇਲ ਨਹੀਂ ਹੋਊਗੀ। ਜਿਸ ਤਰ੍ਹਾਂ ਸਰਫਸ ਸੀਡਿੰਗ ਵਾਲੀ ਹੈਗੀ ਆ, ਇਹ ਅਸੀਂ 4-5 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਬਿਲਕੁਲ ਪਹਿਲੇ ਸਾਲ ਅਸੀਂ 1 ਏਕੜ ਤੋਂ ਸ਼ੁਰੂ ਕੀਤੀ, ਬਹੁਤ ਵਧੀਆ ਰਿਜ਼ਲਟ ਰਿਹਾ। ਕਣਕ ਡਿੱਗੀ ਨਹੀਂ, ਝਾੜ ਵੀ ਦੂਸਰੀ ਨਾਲੋਂ ਜ਼ਿਆਦਾ, ਅਤੇ ਕਣਕ ਦਾ ਕੱਦ ਵੀ ਵਧੀਆ ਰਿਹਾ। ਅਤੇ ਨਾਲ ਉਹਦੇ ਵਿੱਚ ਹੋਰ ਜਿਹੜਾ ਬੰਦਾ ਆਪਣਾ ਬੀਜ ਦਾ ਕੰਮ ਕਰਦਾ ਨਾ, ਉਹਦੇ ਵਿੱਚ ਸੀਡ ਰੇਟ ਵੀ ਜ਼ਿਆਦਾ ਆਉਂਦੀ ਆ, ਦਾਣਾ ਮੋਟਾ ਹੁੰਦਾ ਇਹਦੇ 'ਚ ਦੂਸਰੀ ਕਣਕ ਦੇ ਮੁਕਾਬਲੇ। ਜਿਸ ਤਰ੍ਹਾਂ ਤੁਸੀਂ ਤੁਸੀਂ ਫੁੱਲਾਂ ਦੀ ਵੀ ਖੇਤੀ ਕਰਦੇ ਹੋ ਜਾਂ ਕੋਈ ਹੋਰ ਖੇਤੀ ਵੀ ਕਰਦੇ ਹੋ, ਉਹ ਦੂਸਰੀਆਂ ਫਸਲਾਂ ਨਾਲੋਂ ਕਿੰਨੀ ਕੁ ਲਾਹੇਵੰਦ ਹੈ? ਨਹੀਂ, ਜਿੱਦਾਂ ਫੁੱਲਾਂ ਦੀ ਖੇਤੀ ਆ ਉਹ ਅਸਲ 'ਚ ਉਹ ਪ੍ਰੋਬਲਮ ਇੱਥੇ ਵੀ ਉਹਦੀ ਮਾਰਕੀਟਿੰਗ 'ਚ ਪ੍ਰੋਬਲਮ ਆ। ਤੁਸੀਂ ਪਹਿਲਾਂ ਮਾਰਕੀਟਿੰਗ ਸਿੱਖੋ ਹਰੇਕ ਦੀ। ਜਿੱਦਾਂ ਫੁੱਲਾਂ ਦੀ ਅਸੀਂ ਅੱਧੇ ਕੁ ਏਕੜ ਤੋਂ ਸ਼ੁਰੂ ਕੀਤਾ, ਤੋਂ 'ਚ ਅਸੀਂ ਕਾਮਯਾਬ ਰਹੇ ਅਤੇ ਅਸੀਂ ਉਹਨੂੰ ਅੱਗੇ ਵਧਾਇਆ। ਫਿਰ ਉਹਨੂੰ ਤੁਸੀਂ ਹਰ ਇੱਕ ਕੰਮ ਦੀ ਪਹਿਲਾਂ ਮਾਰਕੀਟਿੰਗ ਲੱਭੋ। ਮਾਰਕੀਟ ਲੱਭ ਗਈ ਤੁਹਾਨੂੰ, ਤੁਸੀਂ ਇਮਾਨਦਾਰੀ ਨਾਲ ਕੰਮ ਕਰੋ, ਮਾਰਕੀਟ ਤੁਹਾਨੂੰ ਆਪਣੇ ਆਪ। ਹੁਣ ਫੁੱਲ ਸਾਡੇ ਖੇਤ 'ਚੋਂ ਲੈ ਕੇ ਜਾਂਦੇ ਆ ਲੋਕ, ਅਸੀਂ ਵੇਚਣ ਨਹੀਂ ਜਾਂਦੇ ਕਿਤੇ ਵੀ। ਅਤੇ ਜਿੱਦਾਂ ਤੁਸੀਂ ਰਵਾਇਤੀ ਫਸਲਾਂ ਛੱਡ ਕੇ ਦੂਸਰੀਆਂ ਫਸਲਾਂ ਵੱਲ ਹੋਏ ਹੋ, ਤਾਂ ਆਪਣੇ ਬਾਕੀ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਕਹਿੰਦਾ ਹਰ ਇੱਕ ਨੂੰ ਥੋੜ੍ਹੀ ਟ੍ਰੇਨਿੰਗ ਲੈ ਕੇ ਥੋੜ੍ਹੇ ਤੋਂ ਸਟਾਰਟ ਕਰਕੇ, ਬਹੁਤਾ ਜ਼ਿਆਦਾ ਖਰਚਾ ਵੀ ਨਹੀਂ ਕਰਨਾ, ਬਹੁਤਾ ਜ਼ਿਆਦਾ ਫਸਣਾ ਵੀ ਨਹੀਂ ਉਹਦੇ ਵਿੱਚ ਇਸ ਕੰਮ 'ਚ। ਜਦੋਂ ਤੁਸੀਂ ਖੁਦ ਮਾਹਰ ਹੋਗੇ, ਖੁਦ ਉਹ ਟੈਕਨੀਕ ਤੋਂ ਨਹੀਂ ਲੱਗਦੀ ਲਾਹੇਵੰਦ, ਫਿਰ ਉਹਨੂੰ ਅੱਗੇ ਵਧਾਓ। ਤੁਸੀਂ ਇੱਥੇ ਟ੍ਰੇਨਿੰਗ ਤੋਂ ਇਲਾਵਾ ਤੁਸੀਂ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਟ੍ਰੇਨਿੰਗ ਲਈ ਜਾਂਦੇ ਹੋ, ਉਹ ਕਿੰਨਾ ਕੁ ਫਾਇਦਾ ਤੁਹਾਨੂੰ ਉਹਦੇ ਵਿੱਚ ਮਿਲਦਾ? ਬਿਲਕੁਲ ਜੀ, ਬਹੁਤ ਫਾਇਦਾ ਜੀ। ਅਸੀਂ ਬਿਹਾਰ 'ਚ ਵੀ ਗਏ ਸੀ, ਉੱਥੇ ਇੰਟਰਨੈਸ਼ਨਲ CRM 'ਤੇ ਕਾਨਫਰੰਸ ਹੋਈ ਸੀ, ਉਹਦੇ ਵਿੱਚ ਵੀ ਭਾਗ ਲਿਆ ਸੀ। ਉੱਥੇ ਵੀ ਅਸੀਂ ਇਹ ਕਿਹਾ ਵੀ ਜਿੱਦਾਂ ਹੁਣ ਬਿਹਾਰ ਸਰਕਾਰ ਹਜੇ ਸਟਾਰਟਿੰਗ ਆ ਪਰਾਲੀ ਵਾਲੇ ਕੰਮ 'ਤੇ, ਅਸੀਂ ਕਿਹਾ ਤੁਸੀਂ ਸਟਾਰਟਿੰਗ ਕਰ ਲਿਆ ਵਧੀਆ, ਅਸੀਂ ਹੁਣ ਐਂਡ 'ਤੇ ਜਾ ਕੇ ਕਰਨ ਲੱਗੇ ਆ ਪੰਜਾਬ ਵਾਲੇ। ਜਿੱਦਾਂ ਜਦੋਂ ਵੀ ਆਪਾਂ ਕਹਿੰਦੇ ਵੀ ਜ਼ਿਆਦਾ ਓਵਰ ਸਿਰੋਂ ਤੋਂ ਪਾਣੀ ਲੰਘ ਗਿਆ ਨਾ, ਅਸੀਂ ਉਦੋਂ ਪਰਾਲੀ ਵੱਲ ਨੂੰ ਚੱਲੇ ਹਾਂ। ਉਹ ਬਿਹਾਰ ਵਾਲੇ ਹੁਣ ਚੱਲਿਆ ਕਿਉਂਕਿ ਉਹਨਾਂ ਕੋਲ ਪਰਾਲੀਆਂ ਬਹੁਤ ਘੱਟ ਹੁੰਦੀਆਂ ਨੇ। ਇੱਕ ਵੀਰ ਜੀ, ਜਿਵੇਂ ਐਗਰੀਕਲਚਰ ਯੂਨੀਵਰਸਿਟੀ ਹੋ ਗਈ, ਕ੍ਰਿਸ਼ੀ ਵਿਗਿਆਨ ਹੋ ਗਏ, ਕੈਂਪ ਲਾਉਂਦੇ ਨੇ ਕਿਸਾਨਾਂ ਦੇ ਪ੍ਰਤੀ ਜਾਗਰੂਕਤਾ ਕੈਂਪ ਲਗਾਉਂਦੇ ਨੇ ਜਾਂ ਕੁਛ ਵੀ, ਉਹਦੇ ਲਈ ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਕਹਿੰਦਾ ਬਿਲਕੁਲ, ਜਿੱਥੇ ਵੀ ਕੋਈ ਤੁਹਾਡਾ ਕੈਂਪ ਲੱਗਦਾ, ਜਿੱਥੇ ਵੀ ਕੋਈ ਟ੍ਰੇਨਿੰਗ ਆ, ਚਾਹੇ ਤੁਸੀਂ ਉਹ ਪਹਿਲਾਂ ਟ੍ਰੇਨਿੰਗ ਲੈ ਚੁੱਕੇ ਹੋ, ਫਿਰ ਵੀ ਤੁਹਾਨੂੰ ਉੱਥੇ ਜਾਣਾ ਚਾਹੀਦਾ। ਕਿਉਂਕਿ ਸਾਡਾ ਨਾਮ 550 ਸਾਲ ਪਹਿਲਾਂ ਸਾਨੂੰ ਬਾਬਾ ਨਾਨਕ ਸਿੱਖ ਕੇ ਗਿਆ, ਪਰ ਅਸੀਂ ਸਿੱਖਦੇ ਹੈ ਨਹੀਂ। ਸਾਨੂੰ ਸਿੱਖਦੇ ਰਹਿਣਾ ਚਾਹੀਦਾ ਜ਼ਿੰਦਗੀ 'ਚ, ਇਹੀ ਜ਼ਿੰਦਗੀ ਹੈ। ਸਰ, ਗੋਸਲਾ ਪਿੰਡ ਮੂਤੋ ਪਿੰਡ ਵਿੱਚ पहुँचे ਤੁਸੀਂ और किसानों नाल मिलनी कर रहे हो, की जानकारी दे रहे हो? ये मिस्टर वीसी साहब भी थोड़ी देर पहले कह रहे थे। बेसिकली तो ये जो यहाँ पे फील्ड बनाया गया है, पर्टिकुलरली ये सर्फेस सीडिंग के लिए बनाया गया है, जो पंजाब एग्रीकल्चर यूनिवर्सिटी की नई टेक्निक आई है कि किसानों को किस तरीके से हम अपनी जो कल्टीवेशन कॉस्ट उसको घटा सकते हैं, और दूसरे जो तरीके हैं वो अपनाए गए हैं। पर्टिकुलरली जो हमारा ICAR लेवल पे या सेंट्रल गवर्नमेंट लेवल पे जो प्रोजेक्ट है वो CRM के ऊपर है, क्रॉप रेजिड्यू मैनेजमेंट। और जो ये टेक्निक है ये भी क्रॉप रेजिड्यू मैनेजमेंट के अंदर आती है। पहले दूसरे जो टेक्निक के जैसे हैप्पी सीडर चलता था, सुपर सीडर चलता था, उसी के कंपैरिजन में ये नई टेक्निक निकाली है। और इसमें जैसे किसान ने, हमारे साथ में किसान भी खड़े हुए हैं, इन्होंने भी बताया कि इसमें पैसे की काफ़ी बचत होती है। और अगर अब रिसेंटली अगर आप ये देखोगे कि तो रेनफॉल पैटर्न था, पिछले 5-7-10 दिन से बारिश हो रही है, उसका हमने आकलन भी किया था, पंजाब का भी किया था, जो हमारे ऊपर जोन 1 में दूसरे उत्तराखंड, हिमाचल प्रदेश, जम्मू कश्मीर और लद्दाख के स्टेट्स हैं, वहाँ भी किया था। तो लगभग 23 तारीख का मैं आपको सर्वे थोड़ा सा शेयर करना चाहूँगा। तो ओवरऑल पंजाब में हमने देखा था कि 8 से 10% तक लॉजिंग थी। वो कंपैरिजन ये था कि 2% से लेके 20-25% पर थी, लेकिन उसके बाद भी अब 1-2 दिन पहले भी बारिश हुई है, तो हम दोबारा सर्वे कराएंगे और उससे नुकसान का आकलन करेंगे, ताकि हम स्टेट गवर्नमेंट के थ्रू जो हमने यहाँ पे आकलन किया वो सेंटर को भेज सकें, और जो किसानों की जो प्रॉब्लम है उसको एक सेंट्रल गवर्नमेंट की तरफ भेज के उसका आकलन हो और उनके नुकसान का किसी न किसी तरीके से भरपाई हो, ऐसा हमारा प्रयास रहेगा। जहाँ तक ये फील्ड डे की बात है, अभी थोड़ी देर पहले आप भी हमारे साथ थे, तो हमने देखा कि जो सरफेस सीडिंग वाली जो इन्होंने अपनाई हुई है, टेक्निक अपनाई हुई है, उसका कंपैरिजन करें तो कनक बहुत अच्छी तरीके से खड़ी हुई है। उसके फ़ायदे अभी थोड़ी देर पहले वीसी साहब ने भी बताए थे। तो हमारा प्रयास यही रहेगा कि ऐसी टेक्निकों को हम स्टेट गवर्नमेंट के थ्रू जितने भी ये प्रोग्राम्स होते हैं उनको सेंट्रल गवर्नमेंट तक पहुँचाएँ, और भारत सरकार इनके प्रति जागरूक हो, और अगर इस टेक्निक में पोटेंशियल है तो ये दूसरे जो स्टेट्स हैं, ना केवल पंजाब बल्कि हरियाणा और उत्तर प्रदेश, जहाँ पे क्रॉप रेजिड्यू मैनेजमेंट की बहुत बड़ी प्रॉब्लम है, वहाँ उस स्तर तक भी हम ले जाने की कोशिश करेंगे। ऐसा हम एक कोशिश कर सकते हैं इसके थ्रू। तो यही हमारा प्रयास रहेगा। आज के फील्ड प्रोग्राम से किसानों ने भी देखा है
स्टेट गवर्नमेंट के लोग भी आए हुए हैं, भारत सरकार से हम रिप्रेजेंटेटिव हैं। तो एक फार्मर साइंटिस्ट या पॉलिसी मेकर या इस टाइप की टीम गठित होकर इसको हम कोशिश करेंगे कि सेंट्रल गवर्नमेंट तक इस चीज़ को पहुंचाएं और सेंट्रल गवर्नमेंट तक इस टेक्निक की पोटेंशियल को हम किसानों तक रूबरू कराएं। ਸਰ ਇਹ ਜਿਹੜੀ ਗੜੇਮਾਰੀ ਹੋਈ ਹੈ, ਬਾਰਿਸ਼ ਹੋਈ ਹੈ, ਉਹਦੇ ਨਾਲ ਫਸਲ ਤਾਂ ਕਾਫੀ ਨੁਕਸਾਨੀ ਹੋਏਗੀ। ਉਸ ਲਈ ਪਿਛਲੇ ਸਾਲ ਨਾਲੋਂ ਕਿੰਨੇ ਕੁ ਮਤਲਬ ਝਾੜ ਘਟ ਆ ਜਾਏਗੀ ਐਤਕੀ ਪੰਜਾਬ ਦੇ ਵਿੱਚ ਕਣਕ ਦੀ? अभी तो मैं आपको बताऊं, कल मैं दिल्ली से आ रहा था तो कंपैरिजन करूं तो कल शाम को मैं रास्ते में रुका था तो वहां पर हरियाणा में मेरा जो आकलन है, हालांकि ये एक व्यक्तिगत आकलन है, तो कंपैरेटिवली पंजाब के कंपैरिजन में वहां कम बारिश भी हो सकती है या दूसरा हवाएं कम चली हैं तो उससे नुकसान कम लग रहा है। लेकिन क्योंकि मैं सड़क के साथ साथ आ रहा था तो उस आकलन को मैं यह नहीं कह सकता कि पूरे हरियाणा का रिप्रेजेंटेशन है, लेकिन मेरा ऐसा अनुमान है कि हरियाणा में जो नुकसान है वो कंपैरेटिवली पंजाब के से कम है। अब नुकसान जैसे आप कह रहे हो तो जैसे मैंने पहले बताया था कि कितनी अगर कनक की शुरू की अवस्था को देखा जाए तो बहुत अच्छा मौसम रहा था, टिलरिंग बहुत अच्छी हुई थी, तो हमारा ये अनुमान था कि अब की बार हमारा जो हार्वेस्ट है वो रिकॉर्ड हार्वेस्ट होगा। तो उससे मौसम अच्छा रहने के कारण टिलरिंग भी अच्छी हुई, पौधों की जो पैदावार थी वो बहुत अच्छी थी और उसके कारण थोड़े दिन पहले एक ऐसा चल रहा था कि हीट स्ट्रेस आने वाला है। अगर पीछे देखोगे फरवरी माह में तो हमारी एक एडवाइजरी थी कि आपके हीट स्ट्रेस आ रहा है तो फार्मर्स एज एंड व्हेन रिक्वायर्ड जब इरिगेशन लगाएं। तो इसका अनुमान जो है कि ये सारा अनुमान मतलब कि बारिश से ही हुआ है नुकसान, ऐसा नहीं है। किसानों ने उस हीट स्ट्रेस को मैनेज करने के लिए लगातार पानी लगाया, कणक अच्छी थी, अच्छी अवस्था में थी, भारी थी, तो उसका भी एक क्यूमुलेटिव इफेक्ट रेनफॉल के साथ साथ हो गया है। हमारा अभी प्रयास यही है कि 2-3 दिन बाद एक एडवाइजरी और भी है कि 1 या 30-31 या 31 और एक और ऐसा वेस्टर्न डिस्टर्बेंस आ सकती है, तो उसके कारण भी कुछ ना कुछ नुकसान होने की आशा है। तो हम है कि हर 5-7 दिन में आकलन करते हैं और उस आकलन को ऊपर तक भेजते हैं और वहाँ से नुकसान का जो भी आकलन होता है वो सारे के साथ शेयर किया जाता है। पहले वाला जो आकलन था, पहले जो बारिश हुई थी उससे हमारा अनुमान था क्योंकि ज़्यादा कोई नुकसान नहीं होगा, 2 से 4% का नुकसान का आकलन किया गया था। लेकिन जो अभी बारिश कल और परसों बारिश हुई है उसका आकलन सारे अपने स्टेट में चल रहा है और जैसे ही वो अकुमुलेट होगा तो हम आपको साथ इन्फॉर्मेशन को शेयर करने की कोशिश करेंगे। धन्यवाद। ਤੁਸੀਂ ਮੂਤੋ ਪਿੰਡ ਪਹੁੰਚੇ ਹੋ ਔਰ ਕਿਸਾਨਾਂ ਨੂੰ ਕੀ ਜਾਣਕਾਰੀ ਦੇ ਰਹੇ ਹੋ, ਕਿੱਦਾਂ ਫਸਲ ਬੀਜਣੀ ਹੈ, ਉਹ ਕੀ ਜਾਣਕਾਰੀ ਨੇ ਜੀ? ਅੱਜ ਅਸੀਂ ਇਹ ਜੋ ਸਮਰਾਲੇ ਦੇ ਨੇੜੇ ਮੂਤੋ ਪਿੰਡ ਹੈ ਅਤੇ ਸਾਡੇ ਯੂਨੀਵਰਸਿਟੀ ਦੇ ਸਾਇੰਸਦਾਨ ਸਾਹਿਬ ਅਤੇ ਸਾਡਾ ਕ੍ਰਿਸ਼ੀ ਵਿਗਿਆਨ ਕੇਂਦਰ ਇੱਥੇ ਸਮਰਾਲੇ ਦੇ ਵਿੱਚ, ਉਹਨਾਂ ਦੇ ਵੀ ਜੋ ਐਕਸਟੈਂਸ਼ਨ ਸਪੈਸ਼ਲਿਸਟ ਨੇ ਆਏ ਹੋਏ ਨੇ ਅਤੇ ਨਾਲ ਜੋ ਸਾਡਾ ਪੰਜਾਬ ਗੌਰਮੈਂਟ ਦਾ ਐਗਰੀਕਲਚਰ ਮਹਿਕਮਾ ਉਹਨਾਂ ਤੋਂ ਵੀ ਅਫਸਰ ਸਾਹਿਬਾਨ ਇੱਥੇ ਪਹੁੰਚੇ ਨੇ। ਇੱਥੇ ਆਉਣ ਦਾ ਮਕਸਦ ਇਹੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਹੈ ਉਹ ਅਸੀਂ 15-20 ਸਾਲ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਅਸੀਂ ਕਿਵੇਂ ਸਾਂਭਣਾ। ਆਮ ਕਰਕੇ ਹੁੰਦਾ ਫਾਰਮਰ ਨੂੰ ਅੱਗ ਲਾ ਦਿੰਦਾ, ਜਦੋਂ ਅੱਗ ਲਾਉਂਦਾ ਅਤੇ ਉਹਦੇ 'ਤੇ ਬੜੀਆਂ ਪ੍ਰੋਬਲਮਸ ਆ ਰਹੀਆਂ ਨੇ, ਹੈਲਥ ਦੀਆਂ ਪ੍ਰੋਬਲਮਸ ਵੀ ਨੇ, ਧੂੰਆਂ ਹੁੰਦਾ, ਐਕਸੀਡੈਂਟ ਹੁੰਦੇ ਨੇ, ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਵੀ ਖਰਾਬ ਹੋ ਰਹੀ ਹੈ। ਅਤੇ ਅਸੀਂ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਪਰਾਲੀ ਹੈ ਉਹਨੂੰ ਅਸੀਂ ਖੇਤ ਦੇ ਵਿੱਚ ਹੀ ਦਵਾ ਦਈਏ, ਉਹਦੀ ਖਾਦ ਬਣਾ ਲਈਏ, ਉਹਨੂੰ ਅਸੀਂ ਖਰਾਬ ਨਾ ਕਰੀਏ ਇੱਦਾਂ ਅੱਗ ਲਾ ਕੇ। ਸੋ ਹੁਣ ਅਸੀਂ ਕਾਫੀ 15-20 ਸਾਲ ਤੋਂ ਇਹ ਕੰਮ ਕਰ ਰਹੇ ਸੀ, ਕਾਫੀ ਮਸ਼ੀਨਾਂ ਅਸੀਂ ਬਣਾਈਆਂ ਹੋਈਆਂ ਨੇ, ਪਰ ਫਿਰ ਵੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਫਾਰਮਰਜ਼ ਵਾਸਤੇ ਜਿਹੜੀਆਂ ਮਸ਼ੀਨਾਂ ਬਣਾ ਰਹੇ ਹਾਂ ਉਹਦੇ ਵਿੱਚ ਹੋਰ ਐਫੀਸ਼ੀਐਂਸੀ ਲਿਆਈਏ, ਉਹ ਮਸ਼ੀਨਾਂ ਲੈ ਕੇ ਆਈਏ ਜਿਹੜੀਆਂ ਛੋਟੇ ਫਾਰਮਰ ਵੀ ਜਿਹੜੇ ਨੇ ਉਹ ਅਫੋਰਡ ਕਰ ਸਕਣ। ਸੋ ਹੁਣ ਇੱਕ ਨਵਾਂ ਮੈਥਡ ਦੱਸਾਂ ਜਿਹਨੂੰ ਅਸੀਂ ਸਰਫੇਸ ਸੀਡਿੰਗ ਕਹਿੰਦੇ ਹਾਂ। ਇਹ ਇੱਕ ਇੱਦਾਂ ਦਾ ਮੈਥਡ ਹੈ ਜਿਹਦੇ ਵਿੱਚ ਖਰਚਾ ਬਹੁਤ ਘੱਟ ਹੈ। ਆਮ ਕਰਕੇ 2000-2500 ਦਾ ਬੀਜਣ ਦੀ ਖਿਚਾਈ ਆ ਜਾਂਦੀ ਰੁਪਏ 2500 ਰੁਪਏ ਤੱਕ, ਇਹਦੇ ਵਿੱਚ 500-600 ਰੁਪਇਆ ਮਸਾ ਖਰਚਾ ਆਉਂਦਾ ਕਿਉਂਕਿ ਇਹਦੇ 'ਚ ਬਹੁਤੀ ਵੱਡੀ ਮਸ਼ੀਨ ਦੀ ਲੋੜ ਨਹੀਂ। ਜਿਹੜਾ ਝੋਨਾ ਹੁੰਦਾ, ਦੂਜੀ ਇਹ ਹੁੰਦਾ ਵੀ ਜਦੋਂ ਝੋਨਾ ਆਪਾਂ ਕੱਟਦੇ ਹਾਂ ਅਤੇ ਉਹ ਤੋਂ ਬਾਅਦ ਉਹਨੂੰ ਪਾਣੀ ਲਾਉਂਦੇ ਹਾਂ ਅਤੇ ਬੱਤਰ ਆਉਣ ਨੂੰ ਵੀ ਇੱਕ ਵਾਰੀ 15 ਦਿਨ ਲਾ ਦਿੰਦੇ, ਠੰਡ ਹੁੰਦੀ ਉਦੋਂ, ਅਤੇ ਜਿਹੜੀ ਕਣਕ ਦੀ ਬਿਜਾਈ ਉਹ ਲੇਟ ਹੋ ਜਾਂਦੀ ਹੈ। ਸੋ ਇਹਦੇ ਨਾਲ ਕੀ ਫਾਇਦਾ ਹੈਗਾ ਕਿ ਜਿੱਦਣ ਤੁਸੀਂ ਝੋਨਾ ਕੱਟਣਾ ਅਤੇ ਉਸੇ ਦਿਨ ਤੁਸੀਂ ਕਣਕ ਬੀਜ ਦੇਣੀ ਹੈ। ਉਹ ਜਿਹੜੀ ਆਪਾਂ ਵੇਟ ਕਰਦੇ ਸੀ ਕਿ ਇਹਨੂੰ ਬੱਤਰ ਆਏਗੀ, ਪਾਣੀ ਲਾਵਾਂਗੇ, ਪਾਣੀ ਵੀ ਐਕਸਟਰਾ ਲੱਗਦਾ ਸੀ ਉਦੋਂ, ਬੱਤਰ ਆਏਗੀ, ਫਿਰ ਉਹ ਲੇਟ ਜਿਹੜਾ ਹੁੰਦਾ ਸੀ ਉਹਦੇ ਨਾਲ ਕਣਕ ਜਿਹੜੀ ਹੈਗੀ ਉਹ ਟਾਈਮ 'ਤੇ ਬੀਜੀ ਜਾਊਗੀ। ਜਿਹੜੀ ਵੀ ਫਸਲ ਕੋਈ ਟਾਈਮ 'ਤੇ ਬੀਜਦੀ ਹੈ ਉਹਦੀ ਹੈਲਥ ਬਹੁਤ ਵਧੀਆ ਹੁੰਦੀ ਹੈ, ਉਹਨੂੰ ਬਿਮਾਰੀ ਵੀ ਘੱਟ ਆਉਂਦੀ ਹੈ ਅਤੇ ਕੀੜਾ ਵੀ ਘੱਟ ਆਉਂਦਾ ਹੈਗਾ। ਸੋ ਇਹ ਜਿਹੜਾ ਨਵਾਂ ਮੈਥਡ ਹੈਗਾ ਸਰਫੇਸ ਸੀਡਿੰਗ ਦਾ, ਇਹਦੇ ਵਿੱਚ ਖਰਚਾ ਵੀ ਘੱਟ ਹੈ। ਇੱਕ ਇਹਦੇ 'ਚ ਮੈਂ ਤਕਰੀਬਨ 8 ਤਰੀਕ ਨੂੰ 6 ਜ਼ਿਲ੍ਹਿਆਂ 'ਚ ਗਿਆ ਸੀ ਇਹੀ ਦੇਖਣ ਵਾਸਤੇ, ਜਿਹਨੇ ਵੀ ਇਹ ਢੰਗ ਅਪਣਾਇਆ। 6 ਜ਼ਿਲ੍ਹਿਆਂ ਦੇ ਵਿੱਚ ਉਹਨੂੰ ਇਹ 2-3 ਚੀਜ਼ਾਂ ਬਹੁਤ ਉੱਭਰ ਕੇ ਆਈਆਂ। ਇੱਕ ਤਾਂ ਇਹ ਸੀ ਕਿ ਜਿਹੜੀ ਕਣਕ ਹੈ ਉਹ ਸਾਨੂੰ 6 ਜਾਂ 7 ਦਿਨਾਂ ਬਾਅਦ ਨਾ ਖੇਤ ਦੇ ਵਿੱਚ ਦਿਸ ਪੈਂਦੀ ਹੈ ਕਿ ਕਣਕ ਉੱਗ ਆਈ।
ਹੈਪੀ ਸੀਡਰ ਦੇ ਨਾਲ ਸਾਡੀ ਕਣਕ ਦਾ ਪਤਾ ਹੀ ਨਹੀਂ ਸੀ ਲੱਗਦਾ, ਜਾਂ ਫਾਰਮਰ ਨੂੰ ਇਹ ਲੱਗਦਾ ਸੀ ਕਿ ਪਤਾ ਨਹੀਂ ਉੱਗੂਗੀ ਕਿ ਨਹੀਂ ਉੱਗੂਗੀ। ਹੈ ਵਧੀਆ ਉਹ ਵੀ, ਉਹ ਦਿਸਦੀ ਨਹੀਂ ਸੀ। ਜਿਹਨੂੰ ਵਿਸ਼ਵਾਸ ਹੈ ਉਹ ਬੀਜਦੇ ਸੀ, ਜਿਹਨੂੰ ਵਿਸ਼ਵਾਸ ਹੈ ਉਹ ਕਹਿੰਦੇ ਸੀ ਯਾਰ ਕਣਕ ਦਾ ਪਤਾ ਨਹੀਂ ਉੱਗੇਗੀ ਕਿ ਨਹੀਂ ਉੱਗੇਗੀ। ਇਸ ਦਾ ਤਾਂ 6ਵੇਂ 7ਵੇਂ ਦਿਨ ਕਣਕ ਤੁਹਾਨੂੰ ਦਿਸਦੀ ਹੈ ਕਿ ਉੱਗਾਈ। ਦੂਜਾ ਇਹਦੇ 'ਚ ਇਹ ਹੈਗਾ ਖਰਚਾ ਵੀ ਉਹ ਕਹਿੰਦੇ ਘੱਟ ਹੈ। ਤੀਜੀ ਜਰਮੀਨੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਚੌਥੋਂ ਇਹ ਕਹਿੰਦੇ ਕਿ ਅਸੀਂ ਇਹਦੇ ਵਿੱਚ ਖਾਦਾਂ ਵੀ ਓਨੀਆਂ ਹੀ ਪਾ ਰਹੇ ਹਾਂ ਜਿੰਨੀ ਯੂਨੀਵਰਸਿਟੀ ਦੀ ਸਿਫਾਰਿਸ਼ ਹੈ, ਰੈਦਰ ਉਸ ਤੋਂ ਘੱਟ ਹੀ ਪਾ ਰਹੇ ਹਾਂ ਅਸੀਂ, ਡਾਇਆ ਉਸ ਤੋਂ ਘੱਟ ਪਾ ਰਹੇ ਹਾਂ ਅਸੀਂ। ਕਦੇ 70 ਪਾਓ 65 ਪਾਓ, ਇਹ ਇੱਧਰ 60 65 50 ਹੀ ਪਾ ਰਹੇ ਨੇ ਇਹ। ਅਤੇ ਤੀਜੀ ਇਹਦੇ 'ਚ ਉਹ ਦੱਸਿਆ ਕਿ ਇਹਦੇ ਵਿੱਚ ਜਿਹੜੀ ਇਹ ਕਣਕ ਹੈਗੀ ਹੈ ਇਹਦੇ 'ਚ ਪਾਣੀ ਵੀ ਇੱਕ ਘੱਟ ਲੱਗਦਾ। 8 ਤਰੀਕ ਨੂੰ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਕਿ ਆਮ ਕਰਕੇ ਸਾਡੇ 5 ਪਾਣੀ, ਕਿਸੇ ਨੇ 4 ਜਾਂ 5 ਲਾਏ ਸੀ, ਕਹਿੰਦੇ ਸਾਡਾ 1 ਪਾਣੀ ਘੱਟ ਲੱਗਿਆ ਇਹਨੂੰ। ਜੇ ਸਾਰੇ ਪੰਜਾਬ ਦੇ ਵਿੱਚ ਇੱਦਾਂ ਆਪਾਂ ਬਣਾ ਲਈਏ, ਪੰਜਾਬ ਪਾਣੀ ਦੀ ਵੀ ਸਮੱਸਿਆ ਬਹੁਤ ਵੱਡੀ ਸਾਡੀ, ਹੁਣ ਪਾਣੀ ਨੀਚੇ ਜਾ ਰਿਹਾ ਸਾਡੇ ਪੰਜਾਬ ਦਾ ਪਾਣੀ ਵੀ ਇਹਦੇ ਨਾਲ 1 ਪਾਣੀ ਬਚ ਗਿਆ ਅਤੇ ਸਾਨੂੰ 5-6 ਇੰਚ ਪਾਣੀ ਜਿਹੜਾ ਹੈਗਾ ਉਹ ਬਚਦਾ ਸਾਡਾ। ਸੋ ਤੀਜਾ ਇਹਦੇ 'ਚ ਹੈਗਾ ਝਾੜ ਵੀ ਜ਼ਿਆਦਾ ਰਹਿੰਦਾ। ਝਾੜ ਇਸ ਕਰਕੇ ਹੈ ਕਿ ਜਿਹੜੀ ਪਰਾਲੀ ਆਪਾਂ ਖੇਤ ਵਿੱਚ ਹੀ ਦਵਾ ਰਹੇ ਹਾਂ ਅਤੇ ਉਹਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ। ਸੋ ਇਹ ਝਾੜ ਵੀ ਵੱਧ ਹੈ। ਪਰਾਲੀ ਵੀ ਇਹਦੇ 'ਚ ਜਿਹੜਾ ਕਣਕ ਦੀ ਜਿਹੜੀ ਨਾੜ ਹੈ, ਬੂਟਾ ਤਕੜਾ ਹੁੰਦਾ, ਉਹਦੀ ਤੂੜੀ ਵੀ ਜ਼ਿਆਦਾ ਬਣਦੀ ਹੈ। ਪਸ਼ੂਆਂ ਵਾਸਤੇ ਉਹ ਚਾਰਾ ਵੀ ਹੈਗਾ, ਉਹਦਾ ਵੀ ਫਾਇਦਾ ਹੈਗਾ। ਸੋ ਇਸ ਢੰਗ ਦੇ ਕਾਫੀ ਫਾਇਦੇ ਨੇ ਸਾਨੂੰ। ਇੱਕ ਇਹਦੇ 'ਚ ਗੁੱਲੀ ਡੰਡੇ ਦੀ ਬਹੁਤ ਸਾਨੂੰ ਪਤਾ ਲੱਗਿਆ, ਫਾਰਮਰ ਨੂੰ ਤਾਂ ਪਤਾ ਲੱਗਦਾ। ਉਹ ਕਹਿੰਦੇ ਜੀ ਗੁੱਲੀ ਡੰਡਾ ਅੱਜ ਕੱਲ੍ਹ ਰਜਿਸਟੈਂਸ ਆ ਗਈ, ਮਰਦਾ ਹੀ ਨਹੀਂ ਸਪਰੇਅ ਕਰਨ ਦੇ ਨਾਲ ਵੀ। ਇਹਦੇ 'ਚ ਗੁੱਲੀ ਡੰਡਾ ਘੱਟ ਉੱਗਦਾ ਅਤੇ ਜਿਵੇਂ ਦੂਜੀਆਂ ਕਣਕਾਂ ਉਹਦੇ ਬਹੁਤ ਜ਼ਿਆਦਾ ਉੱਗਦਾ। ਸੋ ਡਿੱਗਦੀ ਵੀ ਘੱਟ ਹੈ, ਗੁੱਲੀ ਡੰਡਾ ਵੀ ਘੱਟ ਹੈ, ਝਾੜ ਵੱਧ ਹੈਗਾ, ਖਰਚਾ ਵੀ ਬਿਜਾਈ 'ਤੇ ਘੱਟ ਹੈ। ਅਤੇ ਅਸੀਂ ਸਿਫਾਰਿਸ਼ ਕੀਤੀ ਹੈ ਕਿ ਇਹ ਆਪਾਂ ਨੂੰ ਆਉਣ ਵਾਲੇ ਸਾਲਾਂ 'ਚ ਢੰਗ ਅਪਣਾਉਣਾ ਚਾਹੀਦਾ। ਜਿਸ ਤਰ੍ਹਾਂ ਦੇਖਿਆ ਗਿਆ ਪਿਛਲੇ ਕੁਝ ਸਾਲਾਂ ਤੋਂ ਮੌਸਮ ਦੀ ਤਬਦੀਲੀ ਦੇ ਕਾਰਨ ਫਸਲ ਪੱਕਣ ਦੇ ਟਾਈਮ ਬਾਰਿਸ਼ ਹੋ ਜਾਂਦੀ ਹੈ ਜਾਂ ਗੜੇਮਾਰੀ ਹੋ ਜਾਂਦੀ ਹੈ। ਇਹ ਲਈ ਕਿਸਾਨਾਂ ਨੂੰ ਤੁਸੀਂ ਕੀ ਸੁਝਾਅ ਦਿਓਗੇ ਵੀ ਕਿੱਦਾਂ ਫਸਲ ਬੀਜਣ, ਕਿੱਦਾਂ ਝਾੜ ਜ਼ਿਆਦਾ ਹੋ ਸਕਦਾ? ਦੇਖੋ ਜਿਹੜੀ ਗੜੇਮਾਰੀ ਆਉਂਦੀ ਹੈ ਜਾਂ ਹਨੇਰੀ ਆਉਂਦੀ ਹੈ, ਇਹ ਤਾਂ ਕਿਸੇ ਦੇ ਵੱਸ ਦਾ ਰੋਗ ਨਹੀਂ, ਕਦੇ ਵੀ ਆ ਸਕਦੀ ਹੈ। ਅਸੀਂ ਇਹੀ ਕਹਿੰਦੇ ਹਾਂ ਕਿ ਸਾਡੀ ਜਿਵੇਂ ਹੁਣ ਸਾਡੇ ਕੋਲ ਯੂਨੀਵਰਸਿਟੀ ਵੱਲੋਂ ਵੀ ਅਸੀਂ ਤਕਰੀਬਨ ਐਡਵਾਈਜ਼ਰੀ ਦਿੰਦੇ ਰਹਿੰਦੇ ਹਾਂ। ਜਦੋਂ ਮੀਂਹ ਦਾ ਮੌਸਮ ਆਉਣ ਵਾਲਾ ਹੈ, ਹਨੇਰੀ ਝੱਖੜ ਆਉਣ ਵਾਲਾ ਹੈਗਾ, ਅਸੀਂ ਸਾਡੇ ਕੋਲ ਤਕਰੀਬਨ 12 ਲੱਖ ਫਾਰਮਰ ਜਿਹੜਾ ਵਟਸਐਪ 'ਤੇ ਜੁੜਿਆ ਹੋਇਆ, ਅਤੇ ਬਾਕੀ ਵੀ ਟੀ ਵੀ ਉਹਦੇ ਨਾਲ, ਰੇਡੀਓ ਦੇ ਨਾਲ ਅਸੀਂ ਜਾਣਕਾਰੀ ਦਿੰਦੇ ਹਾਂ ਕਿ ਮੀਂਹ ਆਉਣ ਵਾਲਾ, ਝੱਖੜ ਆਉਣ ਵਾਲਾ, ਪਾਣੀ ਘੱਟ ਲਾਓ। ਦੂਜਾ ਇਹ ਕੁਛ ਭਰਾ ਜਿਹੜੇ ਨੇ ਉਹ ਖਾਦਾਂ ਬਹੁਤ ਜ਼ਿਆਦਾ ਪਾ ਦਿੰਦੇ ਨੇ ਅਤੇ ਲੋੜ ਤੋਂ ਵੱਧ। ਉਹ ਜਦੋਂ ਖਾਦ ਆਪਾਂ ਨਾਈਟ੍ਰੋਜਨ ਜ਼ਿਆਦਾ ਪਾਉਂਦੇ ਹਾਂ ਅਤੇ ਉਦੋਂ ਵੀ ਕਣਕ ਡਿੱਗਦੀ ਹੈ। ਸੋ ਅਸੀਂ ਟਾਈਮ ਟੂ ਟਾਈਮ ਜਦੋਂ ਵੀ ਲੋੜ ਹੁੰਦੀ ਇਹੋ ਜਿਹੇ ਐਡਵਾਈਜ਼ਰਸ ਫਾਰਮਰ ਨੂੰ ਦਿੰਦੇ ਰਹਿੰਦੇ ਹਾਂ। ਪਰ ਅਸੀਂ ਹਨੇਰੀ ਨੂੰ ਨਹੀਂ ਰੋਕ ਸਕਦੇ, ਅਸੀਂ ਗੜ੍ਹਿਆਂ ਨੂੰ ਨਹੀਂ ਰੋਕ ਸਕਦੇ। ਜੋ ਅਸੀਂ ਕੋਸ਼ਿਸ਼ ਕਰ ਸਕਦੇ ਪਾਣੀ ਘੱਟ ਲਾਓ, ਖਾਦ ਘੱਟ ਪਾਓ, ਸਿਫਾਰਿਸ਼ ਮੁਤਾਬਕ ਆਓ, ਉਹ ਅਸੀਂ ਕਹਿੰਦੇ ਰਹਿੰਦੇ ਹਾਂ। ਜਿੱਦਾਂ ਤੁਸੀਂ ਖੇਤਾਂ ਦਾ ਮੁਆਇਨਾ ਕਰਕੇ ਆਏ ਹੋ, ਖੇਤ ਦੇਖਿਓ, ਉਹ ਫਸਲ ਦੇ ਦਾ ਕਿੰਨਾ ਕੁ ਨੁਕਸਾਨ ਹੋਣ ਦੇ, ਝਾੜ ਘਟਣ ਦੇ ਹੈਗੇ ਜੀ? ਦੇਖੋ ਜੀ, ਇਹ ਹਾਲੇ ਨਹੀਂ ਅਨੁਮਾਨ ਲਾ ਸਕਦਾ। ਅਟਾਰੀ ਦੇ ਡਾਇਰੈਕਟਰ ਸਾਹਿਬ ਖੜ੍ਹੇ ਨੇ, ਇਹਨਾਂ ਨੇ ਵੀ ਅਨੁਮਾਨ ਲਵਾਇਆ, ਅਸੀਂ ਵੀ ਲਾ ਰਹੇ ਹਾਂ, ਐਗਰੀਕਲਚਰ ਮਹਿਕਮਾ ਵੀ ਲਾ ਰਿਹਾ, ਕਿਉਂਕਿ ਇਹ ਸਾਰੇ ਪੰਜਾਬ ਦੇ ਵਿੱਚ ਹੀ ਸਰਵੇ ਕਰਨ ਦੀ ਲੋੜ ਹੈ। ਅਤੇ ਇੰਨਾ ਛੇਤੀ ਨਹੀਂ ਅਸੀਂ ਕਹਿ ਸਕਦੇ ਕਿ ਇੰਨੇ % ਨੁਕਸਾਨ ਹੋ ਗਿਆ। ਸੜਕਾਂ ਦੇ ਨੇੜੇ ਤੁਸੀਂ ਜਾਓਗੇ ਬਹੁਤ ਹੀ ਡਿੱਗੀ ਹੋਈ ਹੈ, ਜਿੱਥੇ ਦਰੱਖਤਾਂ ਦੇ ਨਾਲ ਲੱਗੇ ਉਹਨਾਂ ਦੇ ਲਾਗੇ ਕਣਕ ਬਹੁਤ ਡਿੱਗੀ ਹੋਈ ਹੈ। ਸੋ ਇਹ ਸਰਵੇ ਪ੍ਰੋਪਰਲੀ ਹੋਏਗਾ ਤਾਂ ਹੀ ਪਤਾ ਲੱਗੇਗਾ, ਪਰ ਡਿੱਗੀ ਹੈ ਕਣਕ।